ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੇ ਸਤਸੰਗੀ ਜਨੋ, ਮੇਰੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਤਿਕਾਰ ਹੈ। ਸੋ ਆਓ ਅੱਜ ਸੁਖਮਨੀ ਸਾਹਿਬ ਜੀ ਦੀ ਲੜੀਵਾਰ ਵਿਚਾਰ ਦੇ ਤਹਿਤ ਚੌਥੇ ਸ਼ਲੋਕ ਅਤੇ ਚੌਥੇ ਪਦ ਦੀ ਵਿਚਾਰ ਨੂੰ ਸਾਂਝ ਪਾ ਕੇ ਸਮਝਣ ਦੀ ਕੋਸ਼ਿਸ਼ ਕਰੀਏ ਕਿ ਗੁਰੂ ਨਾਨਕ ਦੇ ਘਰ ਵਿੱਚ ਸੁੱਖ ਕੀ ਹੈ। ਉਸ ਸੁੱਖ ਨੂੰ, ਉਸ ਆਨੰਦ ਨੂੰ ਪ੍ਰਾਪਤ ਕਰਨਾ ਹੈ। ਸੋ ਵੇਖੋ, ਰਹਾਉ ਦੀ ਇੱਕੋ ਪੰਕਤੀ ਹੈ ਮਨ ਦੇ ਟਿਕਾਉ ਦੀ, ਔਰ ਚੌਥੇ ਸ਼ਲੋਕ ਵਿੱਚ ਸਤਿਗੁਰੂ ਜੀ ਕਹਿੰਦੇ ਉਸ ਸਿਧਾਂਤ ਨੂੰ ਸਮਝ ਜੋ ਸਿਧਾਂਤ ਦੇ ਵਿੱਚ ਤੇਰਾ ਜਨਮ ਹੋਇਆ, ਔਰ ਉਨ ਗੁਣਾਂ ਦੀ ਸੰਭਾਲ ਕਰ, ਉਹਨਾਂ ਪਰਮਾਤਮਾ ਦੇ ਗੁਣਾਂ ਦੀ ਜਿਹੜੇ ਸਦਾ ਤੇਰੇ ਨਾਲ ਨਿਭਣਗੇ, ਜਿਹੜਾ ਤੇਰਾ ਸਾਥ ਨਹੀਂ ਛੱਡਣਗੇ ਕਦੀ। ਹੁਣ ਵੇਖੋ ਸਤਿਗੁਰੂ ਜੀ ਕਹਿੰਦੇ ਨੇ, ਰਤਨ ਤਿਆਗ ਕੋਟੀ ਸੰਗ ਰਚੈ, ਸਾਚ ਝੋੜ ਝੂਠ ਸੰਗ ਮਚੈ। ਵੇਖੋ ਰਤਨ ਤਿਆਗ ਕਹਿੰਦੇ ਉਹ ਗੁਣ ਰਤਨ ਨੇ। ਪਿਆਰ ਵਾਲਿਆ, ਤੂੰ ਰਤਨਾਂ ਨੂੰ ਇੱਧਰ ਉੱਧਰ ਭੱਜਾ ਫਿਰਦਾ ਮਾਇਆ ਦੀ ਦੌੜ ਵਿੱਚ। ਇਹ ਗੁਣ ਤੇਰੇ ਵਾਸਤੇ ਰਤਨ ਨੇ। ਪਰਮਾਤਮਾ ਦਾ ਸਿਧਾਂਤ, ਉਸ ਸਿਧਾਂਤ ਵਿੱਚ ਜੀਵਨ ਜਿਉਣਾ, ਪਰਮਾਤਮਾ ਦੇ ਗੁਣਾਂ ਅਨੁਸਾਰ ਜਿਹੜੇ ਗੁਣ ਤੈਨੂੰ ਗਿਆਨ ਵਿੱਚ ਪ੍ਰਾਪਤ ਹੁੰਦੇ ਨੇ। ਤੇ ਸਤਿਗੁਰੂ ਜੀ ਵੇਖੋ ਸਾਫ਼ ਲਫ਼ਜ਼ਾਂ ਵਿੱਚ ਕਹਿੰਦੇ ਨੇ ਕਿ ਉਹਨਾਂ ਰਤਨਾਂ ਨੂੰ ਤਿਆਗ ਦਿੱਤਾ ਤੂੰ। ਕੌਡੀ ਸੰਗ ਰਚੈ, ਕੋਟੀ ਕਿਉਂ? ਕਿਉਂਕਿ ਮੈਂ ਤਾਂ ਕਹਿੰਦਾ ਮੈਨੂੰ ਕਾਰ ਮਿਲ ਗਈ ਹੈ, ਮੈਨੂੰ BMW ਮਿਲ ਗਈ, ਮੈਨੂੰ ਕੋਠੀ ਬੜੀ ਸੋਹਣੀ ਮਿਲ ਗਈ। ਪਿਆਰ ਵਾਲਿਓ, ਇਹ ਚੀਜ਼ਾਂ ਚਾਹੀਦੀਆਂ, ਪਰ ਇਹ ਚੀਜ਼ਾਂ ਇੱਕ ਦਿਨ ਇੱਥੇ ਹੀ ਛੱਡ ਕੇ ਚਲੇ ਜਾਣਾ। ਮਨ ਦਾ ਖੇੜਾ ਹੀ ਨਹੀਂ ਮਿਲਿਆ, ਰੂਹਾਨੀਅਤ ਜੀਵਨ ਨਹੀਂ ਜਿਉਇਆ। ਆਹ ਸੀ ਪਰਮਾਤਮਾ ਦੇ ਗੁਣਾਂ ਅਨੁਸਾਰ ਜੀਵਨ ਜਿਉਣਾ ਹੀ ਰੂਹਾਨੀਅਤ ਜੀਵਨ ਸੀ। ਅਤੇ ਉਸ ਰੂਹਾਨੀਅਤ ਜੀਵਨ ਨੂੰ ਛੱਡ ਕੇ, ਉਹਦਾ ਤਿਆਗ ਕਰਕੇ ਤੇ ਕੋਡੀ ਸੰਗ ਤੂੰ ਉਹ ਚੀਜ਼ਾਂ ਨਾਲ ਰਚ ਗਿਆ ਜਿਹੜੀਆਂ ਚੀਜ਼ਾਂ ਨੂੰ ਇੱਥੇ ਛੱਡ ਕੇ ਜਾਣਾ। ਸਾਚ ਝੋੜ ਕਿਉਂ? ਸਦੀਵੀ ਨੇ ਉਹ ਗੁਣ, ਸੱਚ ਨੂੰ ਛੱਡ ਕੇ ਤੇ ਝੂਠ ਜਿਹੜੀ ਚੀਜ਼ ਇੱਥੇ ਛੱਡ ਜਾਣੀ ਇੱਕ ਦਿਨ। ਵੇਖੋ ਇੱਥੇ ਕੋਈ ਸਤਿਗੁਰੂ ਜੀ ਇਹ ਨਹੀਂ ਕਹਿ ਰਹੇ ਕਿ ਤੂੰ ਮਿਹਨਤ ਨਾ ਕਰ, ਪਰ ਕਹਿੰਦੇ ਨੇ ਕਿਸੇ ਦੇ ਨਾਲ ਠੱਗੀ ਮਾਰਿਆ ਹੋਇਆ ਕੰਮ ਨਾ ਕਰ। ਵੇਖੋ ਭਾਈ ਲਾਲੋ ਦੇ ਘਰ ਜਾ ਕੇ ਪ੍ਰਸ਼ਾਦਾ ਛਕਦੇ ਨੇ, ਭਾਈ ਮਾਈ ਭਾਗੋ ਦੇ ਘਰ ਜਾ ਕੇ ਪ੍ਰਸ਼ਾਦਾ ਨਹੀਂ ਛਕਦੇ, ਕਿਉਂਕਿ ਲੋਕਾਂ ਦਾ ਖੂਨ ਚੋੜ ਕੇ ਪੈਸਾ ਜੋੜ ਰਹੇ ਆ ਨਾ। ਸੋ ਇੱਥੇ ਗੱਲ ਹੋ ਰਹੀ ਹੈ ਮਾੜੇ ਕਰਮਾਂ ਵਾਲੀ ਕਮਾਈ ਦੀ। ਜਿਹੜੇ ਅਸੀਂ ਕਿਸੇ ਦੇ ਹੇਰ ਫੇਰ ਵਿੱਚ ਜਾਂ ਕਿਸੇ 'ਤੇ ਠੱਗੀ ਮਾਰ ਕੇ ਕੰਮ ਕਰ ਰਹੇ ਹਾਂ, ਉਹਨਾਂ ਗੁਣਾਂ ਨੂੰ, ਉਹਨਾਂ ਜਿਹੜੇ ਅਸੀਂ ਗੁਣ ਸਮਝਦੇ ਹਾਂ, ਉਹਨੂੰ ਸਤਿਗੁਰੂ ਜੀ ਕਹਿੰਦੇ ਨੇ ਕੋਟੀ। ਉਹ ਗੁਣ ਨਹੀਂ ਪਿਆਰ ਵਾਲਿਓ, ਕਿਸੇ ਨਾਲ ਠੱਗੀ ਮਾਰਨੀ ਅਵਗੁਣ ਨੇ। ਉਹਨਾਂ ਅਵਗੁਣਾਂ ਦਾ ਤਿਆਗ ਕਰਨ ਲਈ ਸਤਿਗੁਰੂ ਕਹਿੰਦੇ ਨੇ ਤੂੰ ਉਹਨਾਂ ਦੇ ਨਾਲ ਰਚਿਆ ਹੋਇਆ, ਉਹਨਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੋਇਆ। ਜੋ ਛੱਡਣਾ ਸੋ ਅਸਥਿਰ ਕਰ ਮਨ, ਇਹਨਾਂ ਚੀਜ਼ਾਂ ਨੂੰ ਤੂੰ ਛੱਡ ਕੇ ਚਲੇ ਜਾਣਾ। ਅੱਜ ਹੀ ਭਾਵੇਂ ਮੈਂ ਕੋਠੀ ਪਾ ਲਵਾਂ, ਕੱਲ੍ਹ ਮੇਰੀ ਮੌਤ ਹੋ ਜਾਵੇ, ਅਤੇ ਸਤਿਗੁਰੂ ਜੀ ਕਹਿੰਦੇ ਅਸਥਿਰ ਮਨ ਹੈ। ਤੂੰ ਇਹਨਾਂ ਨੂੰ ਮੰਨ ਗਿਆ ਵੀ ਇਹ ਚੀਜ਼ਾਂ ਖਤਮ ਹੀ ਨਹੀਂ ਹੋਣੀਆਂ, ਇਹ ਚੀਜ਼ਾਂ ਤਾਂ ਇੱਥੇ ਛੱਡ ਕੇ ਜਾਣੀਆਂ। ਵੇਖੋ ਇੱਥੇ ਸਿਧਾਂਤ ਨੂੰ ਸਮਝਾਉਂਦੇ ਹੋਏ ਤਰੀਕੇ ਨਾਲ ਸਮਝ ਆ ਰਹੇ ਨੇ। ਸਿੱਖਾ ਮਿਹਨਤ ਕਰ, ਧਰਮ ਦੀ ਕਮਾਈ ਕਰ, ਸੱਚ ਦੀ ਕਮਾਈ ਕਰ, ਉਹਦਾ ਆਨੰਦ ਮਾਣ ਕੇ ਵੇਖ। ਤੇਰੇ ਅੰਦਰ ਜੋ ਮਨ ਦਾ ਖੇੜਾ ਹੋਵੇਗਾ, ਤੇਰਾ ਮਨ ਨੂੰ ਸ਼ਾਂਤੀ ਹੋਵੇਗੀ, ਤੇਰੇ ਮਨ ਵਿੱਚ ਆਨੰਦ ਹੋਵੇਗਾ ਨਾ, ਦੁਨੀਆ ਦੀ ਕੋਈ ਤਾਕਤ ਉਸ ਆਨੰਦ ਨੂੰ ਖੋ ਨਹੀਂ ਸਕਦੀ। ਅਤੇ ਇਸ ਲਈ ਕਹਿੰਦੇ ਜੋ ਛੱਡਣਾ, ਜਿਸ ਚੀਜ਼ ਨੂੰ ਛੱਡ ਕੇ ਚਲੇ ਜਾਣਾ, ਤੂੰ ਉਹਨੂੰ ਅਸਥਿਰ, ਉਹਨੂੰ ਤੂੰ ਪੱਕਿਆ ਮੰਨ ਕੇ ਬਹਿ ਗਿਆ। ਜੋ ਵਣ ਸੋ ਦੂਰ ਪ੍ਰਾਣ, ਅਤੇ ਜੋ ਤੇਰੇ ਅੰਦਰ ਹੈ ਉਹ ਆਤਮਿਕ ਖੇੜਾ, ਉਹ ਰੂਹਾਨੀਅਤ ਜੀਵਨ ਗੁਰੂ ਦੇ ਗਿਆਨ ਵਿੱਚ ਸੀ। ਉਸ ਗਿਆਨ ਨੂੰ, ਉਹ ਗਿਆਨ ਤੇਰੇ ਕੋਲ ਹੈ। ਰੋਜ਼ ਗੁਰਦੁਆਰੇ ਆਉਣਾ, ਮੱਥਾ ਟੇਕਦਾ, ਪਰ ਗਿਆਨ ਨੂੰ ਲੈਣ ਦੀ ਕੋਸ਼ਿਸ਼ ਨਹੀਂ ਨਾ ਕਰਦਾ। ਦੂਰ ਪ੍ਰਾਣ ਕਿਉਂ? ਮੈਂ ਮੱਥਾ ਟੇਕ ਲਿਆ, ਹੁਣ ਕਿਸੇ ਬੰਦੇ 'ਤੇ ਆਸ ਰੱਖੀ ਹੋਈ ਹੈ ਵੀ ਫਲਾਣੇ ਚੋਲੇ ਵਾਲਾ, ਫਲਾਣੀ ਬਿਰਤੀ, ਫਲਾਣੀ ਵਰਦੀ ਵਾਲਾ, ਫਲਾਣੇ ਚਮਚਿਆਂ ਵਾਲਾ, ਚਿਮਟਿਆਂ ਵਾਲਾ, ਉਹ ਮੇਰਾ ਕੁਝ ਭਲਾ ਕਰ ਦੇਗਾ।
ਸੋ ਸਤਿਗੁਰੂ ਜੀ ਕਹਿੰਦੇ ਜਿਹੜਾ ਤੇਰੇ ਕੋਲ ਉਹਨੂੰ ਤੇ ਦੂਰ ਸਮਝੀ ਜਾਣਾ, ਛੋੜ ਜਾਏ ਤਿਸ ਕਾ ਸ਼ਰਮ ਕਰੇ। ਤੇ ਜਿਹੜੀ ਚੀਜ਼ ਤੈਨੂੰ ਛੱਡ ਜਾਣੀ ਹੈ, ਉਹ ਪਖੰਡੀ ਨੇ ਵੀ ਇੱਥੋਂ ਇੱਕ ਦਿਨ ਜਾਣਾ ਹੀ ਹੈ। ਵੇਖੋ, ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ। ਜਿਸ ਦੇ ਕੋਲ ਤੂੰ ਮੰਨਦਾ ਪਿਆ ਕਿ ਮੈਨੂੰ ਪਰਮਾਤਮਾ ਦੀ ਬਖਸ਼ਿਸ਼ ਮਿਲ ਜਾਣੀ, ਉਹਨੇ ਵੀ ਇੱਕ ਦਿਨ ਇਹ ਸੰਸਾਰ ਛੱਡ ਕੇ ਜਾਣਾ। ਸੋ ਸਤਿਗੁਰੂ ਜੀ ਕਹਿੰਦੇ ਤੂੰ ਸ਼ਰਮ ਮਿਹਨਤ ਕਰੀ ਜਾਂਦਾ ਉਹਦੇ ਪਿੱਛੇ, ਉਹਨੇ ਜੋ ਤੈਨੂੰ ਕਿਹਾ ਉਹਦੇ ਪਿੱਛੇ ਮਿਹਨਤ ਕਰੀ ਜਾਂਦਾ, ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਜੋ ਕਹਿੰਦਾ ਉਸ ਗਿਆਨ ਨੂੰ ਤੂੰ ਆਪਣੇ ਜੀਵਨ ਦਾ ਆਧਾਰ ਨਹੀਂ ਬਣਾਉਂਦਾ, ਉਹਨੂੰ ਤੂੰ ਛੱਡ ਦਿੰਦਾ, ਉਹਨੂੰ ਤੂੰ ਸਮਝਦਾ ਨਹੀਂ, ਸਮਝਣਾ ਹੀ ਨਹੀਂ ਕਰਦਾ। ਦੇਖੋ ਕਿਤਨੀ ਸਾਨੂੰ ਸਤਿਗੁਰੂ ਜੀ ਰੋਜ਼ ਰੋਜ਼ ਸਿੱਖਿਆ ਦੇ ਕੇ ਸਮਝਾ ਰਹੇ ਨੇ, ਸਿੱਖਾ ਆਹ ਤੇਰਾ ਕਰਮ ਹੈ, ਆਹ ਤੇਰਾ ਧਰਮ ਹੈ, ਆਹ ਤੇਰਾ ਜਪ ਹੈ, ਆਹ ਤੇਰਾ ਤਪ ਹੈ। ਗੁਰੂ ਦੇ ਗਿਆਨ ਨੂੰ ਸਮਝ ਕੇ ਪਰਮਾਤਮਾ ਦੇ ਗੁਣਾਂ ਵਿੱਚ ਜੀਵਨ ਨੂੰ ਜਿਉਂ। ਸੰਗ ਸਹਾਈ ਤਿਸ ਪਰ ਹਰੈ। ਜਿਹੜੇ ਤੇਰੇ ਨਾਲ ਹੋਣੇ ਸੀ ਗੁਣ, ਉਹਨਾਂ ਨੂੰ ਤੂੰ ਪਰਾਂ ਕਰ ਦਿੱਤਾ, ਪਰ ਹਰੈ ਪਰਾਂ ਕਰ ਦਿੱਤਾ, ਉਹਨਾਂ ਦਾ ਤਿਆਗ ਕਰ ਦਿੱਤਾ, ਹਰ ਦਿੱਤਾ, ਉਹਨਾਂ ਨੂੰ ਭੁੱਲ ਹੀ ਗਿਆ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਨੂੰ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ, ਕਿੰਨੇ ਜਣੇ ਆ ਜਿਹੜੇ ਗੁਰਦੁਆਰੇ ਵਿੱਚ ਆ ਕੇ ਗੁਰੂ ਦੇ ਗਿਆਨ ਨੂੰ ਲੈਣ ਦੀ ਕੋਸ਼ਿਸ਼ ਕਰ ਰਹੇ ਆ। ਚੰਦਨ ਲੇਪੋ ਤਾਰੈ ਤੋਏ, ਗਰਤਪ ਪ੍ਰੀਤ ਭਸਮ ਸੰਗ ਹੋਏ। ਲਓ ਜੀ, ਚੰਦਨ ਲੇਪ ਉਤਾਰੈ ਧੋਏ, ਗਰਤਪ ਕਹਿੰਦੇ ਖੋਤੇ ਵਾਲੀ ਪ੍ਰੀਤ। ਖੋਤੇ ਨੇ ਭਾਰ ਹੀ ਲੱਦਣਾ ਉਹਦੇ ਉੱਤੇ, ਜਿੰਨਾ ਮਰਜ਼ੀ ਕਰ ਲਓ, ਖੋਤੇ ਵਾਲਾ ਜੀਵਨ ਹੈ। ਦੇਖੋ ਇਹ ਹੈ ਜਨਮ ਮਰਨ, ਇਹਨੂੰ ਕਹਿੰਦੇ ਨੇ ਜਨਮ ਮਰਨ, ਕਿ ਮਨੁੱਖ ਹੁੰਦਿਆਂ ਹੋਇਆਂ ਖੋਤੇ ਵਾਲੇ ਕਰਮ ਕਰਨੇ। ਗਰਤਪ ਪ੍ਰੀਤ, ਖੋਤੇ ਵਾਲੀ ਪ੍ਰੀਤ, ਕਿ ਸਭ ਕੁਝ ਜਮਾ ਹੁੰਦਾ ਜਾਵੇ, ਜਮਾ ਕਰਦਾ ਜਾ ਰਿਹਾ। ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਸੀ ਸਾਡੇ ਅੰਦਰ ਚੰਦਨ ਨੇ, ਗੁਰੂ ਦੇ ਗੁਣ, ਪਰਮਾਤਮਾ ਦੇ ਜਿਹੜੇ ਗੁਣ ਨੇ, ਉਹ ਗੁਰੂ ਸਾਨੂੰ ਰੋਜ਼ ਦੱਸ ਰਹੇ ਨੇ ਗਿਆਨ ਦੇ ਰਾਹੀਂ। ਪਰ ਸਿੱਖ ਉਹਨਾਂ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਨਹੀਂ ਬਣਾਉਣਾ ਚਾਹੁੰਦਾ। ਕਿਉਂ ਨਹੀਂ ਬਣਾਉਣਾ ਚਾਹੁੰਦਾ? ਕਿਉਂਕਿ ਮੱਥਾ ਟੇਕ ਕੇ ਕਿਸੇ ਮਨੁੱਖ ਦੇ ਉੱਤੇ ਆਸ ਰੱਖੀ ਹੋਈ, ਜਗਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ, ਮਨੁੱਖ ਦੇ ਉੱਤੇ ਆਸ ਰੱਖੀ ਬੈਠਾ ਹੈ। ਇਸੇ ਕਰਕੇ ਅੱਜ ਇਨਸਾਨ ਆਪਣੇ ਅੰਦਰ ਦੁੱਖ ਮਹਿਸੂਸ ਕਰ ਰਿਹਾ, ਉਸ ਆਨੰਦ ਨੂੰ, ਉਸ ਰੂਹਾਨੀਅਤ ਜੀਵਨ ਨੂੰ, ਉਸ ਆਨੰਦ ਦੇ ਖੇੜੇ ਨੂੰ ਮੰਨਣਾ ਹੀ ਨਹੀਂ ਚਾਹੁੰਦਾ। ਅੰਧ ਕੂਪ ਮੈਂ ਪਤਿਤ ਬਿਕਰਾਲ, ਨਾਨਕ ਕਾਢ ਲਿਖੇ ਪ੍ਰਭ ਦਿਆਲ। ਦੇਖੋ ਨਾਨਕ ਸਾਹਿਬ ਜੀ ਸੋਚ ਕਹਿੰਦੇ ਨੇ, ਤੈਨੂੰ ਕੋਈ ਕੱਢ ਸਕਦਾ ਹੈ ਤੇ ਉਹ ਹੈ ਪਰਮਾਤਮਾ ਦਾ ਗੁਣ ਕਿਹੜਾ? ਦਇਆ। ਜੇ ਤੇਰੇ ਅੰਦਰ ਦਇਆ ਪੈਦਾ ਹੋ ਜਾਵੇ, ਪਰਮਾਤਮਾ ਦੇ ਗੁਣਾਂ ਨੂੰ ਸਮਝ ਕੇ ਤੇਰੇ ਅੰਦਰ ਸਭ ਤੋਂ ਪਹਿਲਾਂ ਦਇਆ ਹੈ। ਤੋਲ ਧਰਮ ਦਇਆ ਕਾ ਪੂਤ, ਬਾਕੀ ਤੇ ਸਭ ਬਾਅਦ ਵਿੱਚ। ਅੰਧ ਕੂਪ ਮੈਂ ਪਤਿਤ ਵਿਕਰਾਲ। ਪਰ ਅਸੀਂ ਅੰਨੇ ਖੂਹ ਵਿੱਚ, ਕਿਹੜੇ ਅੰਨੇ ਖੂਹ ਵਿੱਚ? ਅਗਿਆਨਤਾ ਦਾ ਅੰਨਾ ਖੂਹ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਗਿਆਨ ਬਖਸ਼ਦੇ ਨੇ, ਅਸੀਂ ਗਿਆਨ ਨੂੰ ਲੈਣਾ ਨਹੀਂ ਕਰਦੇ। ਅਸੀਂ ਆਪਣੀ ਅਗਿਆਨਤਾ ਦੇ ਖੂਹ ਵਿੱਚ ਡਿੱਗੇ ਹੋਏ ਹਾਂ ਤੇ ਮਿਹਨਤ ਕਰੀ ਜਾਂਦੇ ਹਾਂ ਤੇ ਪਵਿੱਤਰ ਹੋਣ ਦੀ ਕੋਸ਼ਿਸ਼ ਕਰੀ ਜਾਂਦੇ ਹਾਂ, ਉਸ ਰੂਹਾਨੀਅਤ ਜੀਵਨ ਨੂੰ ਲੱਭਣ ਦੀ ਕੋਸ਼ਿਸ਼ ਕਰੀ ਜਾਂਦੇ ਹਾਂ। ਦਇਆ ਦਾ ਗੁਣ ਸਾਡੇ ਅੰਦਰ ਨਹੀਂ ਆਉਂਦਾ। ਕਿਉਂ? ਗੁਣ ਦੇਣ ਵਾਲਾ ਕੌਣ ਹੈ? ਮੇਰੇ ਵਰਗਾ ਪਖੰਡੀ, ਜਿਹਨੇ ਚੋਲਾ ਪਾ ਕੇ ਬੜੇ ਸੋਹਣੇ ਵਸਤਰ ਪਾਏ ਨੇ ਔਰ ਬੜੇ ਸੋਹਣੇ ਪਰਮਾਤਮਾ ਦੇ, ਰੱਬ ਦੇ ਨਾਂ ਦੇ ਗੁਣ ਗਾ ਰਿਹਾ, ਪਰ ਧਿਆਨ ਕਿੱਥੇ ਰੱਖਿਆ ਹੋਇਆ? ਧਿਆਨ ਰੱਖਿਆ ਹੋਇਆ ਮਾਇਆ ਵੱਲ, ਕਿ ਇੰਨੇ ਪੈਸੇ ਇਕੱਠੇ ਕਰਕੇ ਲਿਜਾ ਰਹੇ ਨੇ। ਪਿਆਰ ਵਾਲਿਓ, ਰੂਹਾਨੀਅਤ ਜੀਵਨ ਪ੍ਰਾਪਤ ਹੋ ਸਕਦਾ ਹੈ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਵਿੱਚੋਂ। ਔਰ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੀਏ, ਉਸ ਬਾਣੀ ਨੂੰ ਸਮਝੀਏ, ਉਹਦੇ ਵਿੱਚ ਜਿਹੜੇ ਪਰਮਾਤਮਾ ਦੇ ਗੁਣ ਦੱਸੇ ਨੇ ਨਾ, ਅਸਲ ਵਿੱਚ ਉਹਨਾਂ ਗੁਣਾਂ ਦੀ ਸੰਭਾਲ ਕਰਨੀ ਹੈ ਤੇ ਉਹ ਰੂਹਾਨੀਅਤ ਜੀਵਨ ਕਹਿੰਦੇ ਸਦਾ ਨਿਭੇ ਤੇਰੇ ਨਾਲ, ਸਦਾ ਤੇਰੇ ਨਾਲ ਨਿਭਣ ਵਾਲੇ ਨੇ। ਉਹਨਾਂ ਨੇ ਤੈਨੂੰ ਕਿਤੇ ਛੱਡ ਕੇ ਨਹੀਂ ਜਾਣਾ, ਉਹਦੇ ਨਾਲ ਤੇਰੇ ਅੰਦਰ ਆਤਮਿਕ ਖੇੜਾ ਬਣਿਆ ਰਹਿਣਾ। ਸੋ ਅੱਜ ਚੌਥੇ ਪਦੇ ਵਿੱਚ
ਸਤਿਗੁਰੂ ਜੀ ਇਹੀ ਸਮਝਾ ਰਹੇ ਨੇ ਕਿ ਇਹਨਾਂ ਚੀਜ਼ਾਂ ਦੇ ਉੱਤੇ ਮਿਹਨਤ ਕਰ, ਪਰ ਧਰਮ ਦੀ ਕਿਰਤ ਦੇ ਰਾਹੀਂ ਦਇਆ ਤੇਰੇ ਅੰਦਰ ਹੋਵੇ ਤੇ ਫਿਰ ਤੂੰ ਕਿਰਤ ਕਰ। ਉਹ ਪ੍ਰਮਾਤਮਾ ਦੇ ਗੁਣਾਂ ਵਾਲੀ ਕਮਾਈ ਤੇਰੇ ਅੰਦਰ ਖੇੜਾ ਪੈਦਾ ਕਰੇਗੀ। ਪਰ ਜੇ ਧੋਖੇਬਾਜ਼ੀ ਨਾਲ ਕੀਤੀ ਹੋਈ ਕਮਾਈ ਏ, ਉਹ ਤੂੰ ਇੱਥੇ ਛੱਡ ਕੇ ਜਾਣਾ। ਕਲਪਦਾ ਹੋਇਆ ਕਮਾਈ ਕੀਤੀ ਔਰ ਕਲਪਦਾ ਹੋਇਆ ਇੱਕ ਦਿਨ ਛੱਡ ਕੇ ਚਲੇ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ